हे गाइस वेलकम बैक टू द चैनल। सो की हाल चाल सारे ठीक ठाक हो जी। सो ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੇਖਣਾ ਹੈ ਕਿ ਜੋ ਫਲਸਤੀਨ ਹੈ, ਜੋ ਪੈਲੇਸਟੀਨ ਹੈ, ਜੋ ਉੱਥੋਂ ਦਾ ਜੋ ਏਰੀਆ ਹੈ ਉਹਨੂੰ ਮਾਨਤਾ ਦੇ ਦਿੱਤੀ ਗਈ ਹੈ ਕਾਫੀ ਸਾਰੇ ਜਿਹੜੇ ਦੇਸ਼ ਹੈ ਉਹਨਾਂ ਦੇ ਦੁਆਰਾ। ਸੋ ਇਟਸ ਅ ਵੈਰੀ ਬਿਗ ਸਟੇਟਮੈਂਟ ਐਂਡ ਯੂ نو ਇਹ ਮਤਲਬ ਸਪੋਰਟ ਕਰਦੀ ਹੈ ਉਸ ਚੀਜ਼ ਨੂੰ। ਐਂਡ ਬਹੁਤ ਸਾਰੇ ਜਿਹੜੇ ਮੁਸਲਿਮ ਲੋਕ ਆ ਦੁਨੀਆ ਭਰ ਦੇ ਉਹ ਇਹ ਚੀਜ਼ਾਂ ਚਾਹੁੰਦੇ ਆ ਕਦੋਂ ਤੋਂ ਕਿ ਜਿਹੜੇ ਬਾਕੀ ਦੇਸ਼ ਹੈ ਉਹ ਮਾਨਤਾ ਦੇਣ ਪੈਲੇਸਟੀਨ ਨੂੰ, ਠੀਕ ਹੈ। ਕਿਉਂਕਿ ਪੈਲੇਸਟੀਨ ਤੇ ਜੋ ਇਜ਼ਰਾਈਲ ਦਾ ਜੋ ਇਹ ਕੌਨਫਲਿਕਟ ਹੈ ਬੜੇ ਲੰਬੇ ਸਮੇਂ ਤੋਂ ਚੱਲਿਆ ਆਉਣ ਡਿਆ, ਠੀਕ ਹੈ। ਤੇ ਇਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਬਾਤਾਂ ਹੈ ਜਿਹੜੀਆਂ ਆਪਾਂ ਨੂੰ ਜਾਣਨ ਦੀ ਲੋੜ ਹੈ। ਤੇ ਹੁਣ ਉਹ ਕਿਹੜੇ ਕਿਹੜੇ ਦੇਸ਼ ਆ ਜਿਨ੍ਹਾਂ ਨੇ ਮਾਨਤਾ ਦੇਤੀ ਪੈਲੇਸਟੀਨ ਨੂੰ, ਠੀਕ ਹੈ। ਕਿਉਂਕਿ ਜੇਕਰ ਉਹ ਮਾਨਤਾ ਦੇ ਰਹੇ ਆ ਇਟ ਮੀਨ ਉਹ ਉਹਦੇ ਹੱਕ ਦੀ ਵੀ ਗੱਲ ਕਰਨਗੇ, ਠੀਕ ਹੈ। ਸਿਰਫ ਮਾਨਤਾ ਦੇਣ ਨਾਲ ਵੀ ਕੁਝ ਨਹੀਂ ਹੋਣ ਲੱਗਾ, ਪਰ ਕੱਲ ਨੂੰ ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਕਿ ਕਾਫੀ ਸਾਰੇ ਜਿਹੜੇ ਵੱਡੇ ਵੱਡੇ ਦੇਸ਼ ਆ ਉਹ ਸਟੇਟਮੈਂਟਸ ਆਦੀਆਂ ਜਾਰੀ ਕਰ ਰਹੇ ਆ ਤੇ ਜੋ ਗਜ਼ਾ ਦੇ ਵਿੱਚ ਹੋ ਰਿਹਾ ਉਹਨੂੰ ਵੀ ਉਹ ਮਤਲਬ ਕਹਿ ਰਿਹਾ ਕਿ ਮਾੜਾ ਹੋ ਰਿਹਾ, ਨਹੀਂ ਹੋਣਾ ਚਾਹੀਦਾ ਨਾ। ਤਾਂ ਹੌਲੀ ਹੌਲੀ ਜਿਹੜੀ ਉਹ ਚੀਜ਼ ਹੋ ਰਹੀ ਹੈ। ਦੂਜੇ ਪਾਸੇ ਆਪਾਂ ਦੇਖ ਰਹੇ ਹਾਂ ਕਿ ਇਸਲਾਮਿਕ ਨੈਟੋ ਵੀ ਜਿਹੜਾ ਇੱਕ ਤਰ੍ਹਾਂ ਦਾ ਤਿਆਰ ਹੋ ਰਿਹਾ, ਜਿਹਦੇ ਵਿੱਚ ਸਾਊਦੀ ਅਰੇਬੀਆ ਤੇ ਪਾਕਿਸਤਾਨ ਨੇ ਇੱਕ ਟ੍ਰੀਟੀ ਕੀਤੀ ਹੈ ਕਿ ਇੱਕ ਦੂਜੇ ਤੇ ਜੇ ਵਾਰ ਹੋਊਗਾ ਤਾਂ ਉਹ ਦੂਜਾ ਦੇਸ਼ ਵੀ ਸਮਝੂਗਾ ਕਿ ਸਾਡੇ ਤੇ ਹੀ ਵਾਰ ਹੋਇਆ ਤੇ ਇੱਕ ਦੂਜੇ ਦੀ ਮਤਲਬ ਤਨ ਮਨ ਧਨ ਦੇ ਨਾਲ ਜਿਹੜੀ ਇਹ ਹੈਲਪ ਕਰਨਗੇ, ਠੀਕ ਹੈ। ਹੋ ਸਕਦਾ ਪਾਕਿਸਤਾਨ ਨਿਊਕਲੀਅਰ ਨਾਲ ਵੀ ਹੈਲਪ ਕਰੇ ਜੇਕਰ ਸਾਊਦੀ ਅਰੇਬੀਆ ਤੇ ਕੋਈ ਦਿੱਕਤ ਆਉਂਦੀ ਹੈ ਤਾਂ, ਠੀਕ ਹੈ। ਮਤਲਬ ਇਸ ਕਦਰ ਤੱਕ ਦਾ ਜਿਹੜਾ ਇਹ ਟ੍ਰੀਟੀ ਹੈ ਜਿਹੜੀ ਸਾਈਨ ਹੋਈ ਹੈ, ਕੱਲ ਨੂੰ ਹੋ ਸਕਦਾ ਹੈ ਇਹਦੇ ਵਿੱਚ ਜਿਹੜੇ ਹੋਰ ਦੇਸ਼ ਆ ਉਹ ਵੀ ਸ਼ਾਮਲ ਹੋ ਜਾਣ। ਸੋ ਜੇਕਰ ਇਹ ਚੀਜ਼ਾਂ ਹੁੰਦੀਆਂ ਤਾਂ ਮੇਰੇ ਖਿਆਲ ਇਜ਼ਰਾਈਲ ਦੇ ਲਈ ਇਹ ਖਤਰਾ ਹੈ ਮੋਸਟਲੀ, ਸਭ ਤੋਂ ਮੇਨ ਚੀਜ਼ ਦੇਖਿਆ ਜਾਵੇ ਤਾਂ, ਹਨਾ। ਕਿਉਂਕਿ ਉਹ ਬਹੁਤ ਸਾਰੇ ਦੇਸ਼ਾਂ ਨੂੰ ਨਿਸ਼ਾਨਾ ਬਣਾ ਰਿਹਾ ਜਿਹਦੇ ਵਿੱਚ ਲੈਬਨਾਨ, ਸੀਰੀਆ, ਈਰਾਨ, ਸੋ ਮੋਸਟਲੀ ਮੁਸਲਿਮ ਦੇਸ਼ ਹੀ ਹੈ ਸਾਰੇ, ਠੀਕ ਹੈ। ਤਾਂ ਫਿਰ ਮੁਸਲਿਮ ਦੇਸ਼ਾਂ ਨੂੰ ਵੀ ਇਕੱਠੇ ਹੋ ਕੇ ਆਪਣਾ ਦਬਦਬਾ ਕਾਇਮ ਜਿਹੜਾ ਕਰਨਾ ਪੈ ਰਿਹਾ ਤਾਂ ਜੋ ਜਿਹੜੇ ਇਜ਼ਰਾਈਲ ਵਰਗੇ ਦੇਸ਼ ਆ ਉਹਦੇ ਤੇ ਅਟੈਕ ਨਾ ਕਰਨ। ਸੋ ਕਿਤੇ ਨਾ ਕਿਤੇ ਇਹ ਚੀਜ਼ ਦੇਖਣ ਨੂੰ ਸਹੀ ਵੀ ਲੱਗ ਰਹੀ ਹੈ, ਹਨਾ। ਤੇ ਕਿਉਂਕਿ ਇਜ਼ਰਾਈਲ ਨੇ ਬਹੁਤ ਬਹੁਤ ਇਨਸਾਨੀਅਤ ਦਾ ਘਾਣ ਕਰਤਾ, ਬਹੁਤ ਸਾਰੇ ਲੋਕ ਮਾਰਤੇ ਆ, ਬਹੁਤ ਸਾਰੇ ਬੱਚੇ, ਬੁੱਢੇ, ਜਵਾਨ, ਸਾਰੇ ਮਤਲਬ ਜਾਨੋਂ ਮਾਰਤੇ ਆ ਇੱਕ ਤਰ੍ਹਾਂ ਦੇ, ਠੀਕ ਹੈ। ਬਹੁਤ ਸਾਰੇ ਕਿੰਨੇ ਲੋਕਾਂ ਨੂੰ ਮਾਈਗ੍ਰੇਟ ਕਰਨਾ ਪਿਆ, ਕਿੰਨਿਆਂ ਨੂੰ ਗਜ਼ਾ ਛੱਡਣਾ ਪਿਆ, ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੋ ਰਹੀਆਂ। ਸੋ ਇੱਕ ਪਹਿਲਾਂ ਵੀ ਆਪਾਂ ਵੀਡੀਓ ਬਣਾਈ ਸੀ ਜਿਹਦੇ ਵਿੱਚ ਸਾਰੀਆਂ ਡਿਟੇਲ ਨਾਲ ਗੱਲਾਂ ਕੀਤੀਆਂ ਸੀ। ਸੋ ਅੱਜ ਜਾਣਦੇ ਹਾਂ ਕਿ ਕਿਹੜੇ ਕਿਹੜੇ ਉਹ ਦੇਸ਼ ਹੈ ਜਿਨ੍ਹਾਂ ਨੇ ਪੈਲੇਸਟੀਨ ਨੂੰ ਜਿਹੜੀ ਹੈ ਮਾਨਤਾ देती है। सो आओ देखिए, मान्यता दे दी गई है। जिन देशों ने अभी तक इजराइल के डर से फिलिस्तीन को मान्यता नहीं दी थी, जी हां, उन खास देशों ने फिलिस्तीन को आखिरकार मान्यता दे दी है। ब्रिटेन, ऑस्ट्रेलिया और कनाडा, ये तीनों देश अमेरिका के ज्यादा करीब थे। अभी हाल फिलहाल में डोनाल्ड ट्रंप खुद ब्रिटेन में मौजूद थे। तमाम कोशिशों के बावजूद अमेरिका और इजराइल को बड़ा झटका लगा है और फिलिस्तीन को तीन बड़े देशों ने, ऑस्ट्रेलिया, ब्रिटेन और कनाडा ने मान्यता दे दी है। आइए कनाडा का ऑफिशियल मैं आपको ऐलान दिखाता हूं। ये देखिए पोस्टर जारी किया गया है बाकायदा सरकारी तौर से और कनाडा बता रहा है कि कनाडा रिकॉग्नाइज करता है द स्टेट ऑफ फिलिस्तीन, यानी फिलिस्तीन को कनाडा ने देश मान लिया है। ये देखिए ऑस्ट्रेलिया ने आधिकारिक जो स्टेटमेंट जारी किया है, ये ऑफिशियल उसके कागजात हैं जिस पर उसने लिखित में फिलिस्तीन को मान्यता दे दी है। उधर ब्रिटेन के तो प्रधानमंत्री ही सामने आए और उन्होंने ऐलान कर दिया दुनिया के सामने कि वो फिलिस्तीन को मान्यता दे रहे हैं। I state clearly, as Prime Minister of this great country, that the United Kingdom formally recognises the state of Palestine. We recognised the state of Israel more than 75 years ago as a homeland for the Jewish people. Today, we join over 150 countries who recognise a Palestinian state also. A pledge to the Palestinian and Israeli people that there can be a... हजरात, बस बैलेंस करने के लिए ब्रिटेन के प्रधानमंत्री ने कहा कि हमास फिलिस्तीन का कभी पार्ट नहीं होगा और हमास फिलिस्तीन का हिस्सा नहीं होगा। ਇਹੀ ਰੌਲਾ ਹੈ ਯਾਰ, ਇਹ ਜਿਹੜੇ ਫਰੀडम ਫਾਈਟਰਸ ਹੁੰਦੇ ਆ ਉਹਨਾਂ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ ਹੈ ਨਾ। ਮਤਲਬ ਇਹ ਹੱਕ ਦੀ ਗੱਲ ਜ਼ਰੂਰ ਕਰ ਦਿੰਦੇ ਆ ਦੇਸ਼, ਪਰ ਆਪਾਂ ਜਿੱਥੇ ਵੀ ਦੇਖ ਰਹੇ ਹਾਂ ਜਿਹੜੀ ਵੀ ਗੱਲਾਂ ਕਰ ਰਹੇ ਆ, ਚਾਹੇ ਵਾਈਟ ਹਾਊਸ 'ਚ ਹੋਵੇ, ਟਰੰਪ ਹੋਵੇ ਜਾਂ ਕੋਈ ਵੀ ਕਹਿ ਰਿਹਾ, ਤਾਂ ਉਹ ਸਾਰੇ ਇਹੀ ਕਹਿੰਦੇ ਵੀ ਹਮਾਸ ਨਹੀਂ ਵਿੱਚ ਇਨਵੋਲਵ ਹੋਣਾ ਚਾਹੀਦਾ, ਹੈ ਨਾ। ਤਾਂ ਇਹ ਦੇਖੋ ਹੁਣ ਇਹ ਇੱਕ ਬੜਾ ਤਕੜਾ ਪੁਆਇੰਟ ਹੈ ਕਿਉਂਕਿ ਮੈਨੂੰ ਪਰਸਨਲੀ ਜਾਂ ਮੈਂ ਖਬਰਾਂ ਨਹੀਂ ਸੁਣੀਆਂ ਇੰਨੀਆਂ ਕਿ ਹਮਾਸ ਜ਼ਿਆਦਾ ਜ਼ਿੰਮੇਦਾਰ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ, ਜਾਂ ਉਹ ਗਜ਼ਾ ਦੇ ਜਿਹੜੇ ਲੋਕ ਆ ਉਹ ਕਿਹਨੂੰ ਸਪੋਰਟ ਕਰਦੇ ਆ, ਕੀ ਉਹ ਹਮਾਸ ਨੂੰ ਸਪੋਰਟ ਕਰਦੇ ਆ। ਤਾਂ ਇਹ ਇੱਕ ਵੱਖਰਾ ਇੱਕ ਪੁਆਇੰਟ ਆਫ व्यू एंड ਇਹਦੇ ਤੇ ਵੀ ਇੱਕ ਵੱਖਰੀ ਵੀਡੀਓ बन सकती है। इजराइल का बौखलाना तय था। इजराइल के फाइनेंस मिनिस्टर ने कहा कि इसका जवाब तो बस ये है कि पूरे वेस्ट बैंक पर कब्जा कर लिया जाए और फिलिस्तीन स्टेट का जो ख्वाब है कुछ लोगों का उसको पूरी तरह से कब्जा करके मिटा दिया जाए। वहीं बौखलाए कट्टरवादी नेता बेंजीवीर ने भी कहा है कि पूरे फिलिस्तीन वेस्ट बैंक पर कब्जा कर लेना चाहिए और फिलिस्तीन अथॉरिटी की गवर्नमेंट को क्रश कर देना चाहिए। इजराइल के पूर्व प्रधानमंत्री भी भड़के हैं और कहा है कि ये जो मान्यता फिलिस्तीन को दी गई है ये हमारी डिप्लोमेटिक डिजास्टर है, हमारा विदेश मंत्रालय, विदेश नीति, ये सब का सब उनका फेलियर है। ये नेतन्याहू इसका जिम्मेदार है। नेतन्याहू की हरकतों की वजह से आज दुनिया फिलिस्तीन की तरफ हो रही है। वहीं दूसरी तरफ नेतन्याहू का बयान आता है हम कभी भी फिलिस्तीन स्टेट बनने नहीं देंगे। सुनिए, We will have to fight both at the UN and in all other arenas against the false propaganda against us and the calls for the establishment of a Palestinian state. हम आतंकवादियों के हाथ में देश नहीं देंगे, आतंकवादियों को देश अपना नहीं देंगे।
हम फिलिस्तीन को कभी मान्यता नहीं देंगे। हम वेस्ट बैंक में ऑलरेडी सेटलमेंट डबल कर चुके हैं, यहूदियों को डबल तादाद में दूसरे इलाकों और फिलिस्तीन के इलाकों में बसा रहे हैं और हम ऐसे ही करते रहेंगे। ब्रिटेन, ऑस्ट्रेलिया और कनाडा को धमकी देते हुए बिना नाम लिए नेतन्याहू ने कहा कि तुमने जो करना था कर लिया, अब हमारे जवाब का इंतजार करो। पहले ही क्लियर कर दूं, लगभग पूरी दुनिया ने फिलिस्तीन को मान्यता दे दी है। इस ग्राफ से समझिए आपको कौन सा रंग सबसे ज्यादा नजर आ रहा है। हरा रंग ना, जो हरा रंग का जो देश आपको नजर आ रहा है उसने पूरी तरह से फिलिस्तीन को मान्यता दे दी है, और जो ग्रे कलर का आपको एरिया जो थोड़ा सा नजर आ रहा है उन देशों ने फिलिस्तीन को मान्यता नहीं दी है। ब्रिटेन के विदेश मंत्री ने कहा कि हमारा मानना यह है कि जो हमास है वो फिलिस्तीनी नहीं है, वो बाहर के हैं, और जो यहूदी और फिलिस्तीनी हैं उनकी जमीन, उन दोनों की वो जमीन है, और अब वक्त आ गया है कि 2 स्टेट सॉल्यूशन निकाला जाए और उस इलाके में शांति लाई जाए। वहीं दूसरी तरफ फ्रांस के राष्ट्रपति ने खतरनाक बयान दिया। उन्होंने साफ तौर से कहा कि इजराइल पूरी तरह से फेल हुआ है, उसकी स्ट्रेटजी फेल हुई है। हमास के खिलाफ जो उसकी स्ट्रेटजी थी इजराइल की सिक्योरिटी की, वो फेल हुई है। उसने यानी इजराइल ने तमाम टॉप लीडर्स को मार दिया है। यह कामयाबी है। शुरुआत में ही 25,000 हमास के आतंकवादियों को इजराइल ने खत्म कर दिया था, लेकिन उसके बाद हमास ने जो लोग मारे गए उनकी जगह नए लोगों को रिक्रूट कर लिया। 25,000, दिस इज द बिग नंबर। ये कोई भी कल्ट होवे, कोई टैररिस्ट ऑर्गेनाइजेशन होवे, वो इन्ने बंदियां ਨੂੰ रिक्रूट नहीं कर सकती। ठीक है, ये मेरा पॉइंट ऑफ व्यू है। 25,000 ਇੱਕ ਬਹੁਤ ਵੱਡਾ ਨੰਬਰ ਹੈ, ਐਂਡ ਇਹਨਾਂ ਦੇ ਕਹਿਣ ਦੇ ਮੁਤਾਬਿਕ ਇਜ਼ਰਾਈਲ ਨੇ ਸਟਾਰਟਿੰਗ ਦੇ ਵਿੱਚ ਹੀ ਉਹਨਾਂ ਨੂੰ ਖਤਮ ਕਰਤਾ ਤੇ ਉਸ ਤੋਂ ਬਾਅਦ ਹਮਾਸ ਨੇ ਹੋਰ ਬੰਦੇ ਰਿਕਰੂਟ ਕੀਤੇ। ਸੋ ਇਹ ਟੈਰਰਿਸਟ ਫਿਰ ਇਹਨਾਂ ਦੇ ਲਈ ਹੋਏ, ਪਰ ਉਹਨਾਂ ਦੇ ਲਈ ਉਹ ਹੋ ਸਕਦਾ ਉਹਨਾਂ ਦੇ ਫਰੀडम ਫਾਈਟਰ ਨੇ। ਠੀਕ ਹੈ, ਤਾਂ ਇਹ ਮਤਲਬ ਜਿਵੇਂ ਹੁਣ ਕਿਸੇ ਨੂੰ ਮੰਨ ਲਓ 2 ਬੰਦੇ ਖੜੇ ਆ, ਇੱਥੇ 6 ਲਿਖਿਆ ਤਾਂ ਮੈਨੂੰ 6 ਦਿਖਣ ਡਿਆ, ਉੱਧਰਲੇ ਬੰਦੇ ਨੂੰ 9 ਦਿਖੂਗਾ, ਹੈ ਨਾ। ਅਤੇ ਇਹ ਆਪਦਾ ਪੱਖ ਹੈ ਉਹਨਾਂ ਚੀਜ਼ਾਂ ਨੂੰ ਦੇਖਣ ਦਾ। ਕੋਈ ਹੁਣ ਉਹਨਾਂ ਨੂੰ ਫਰੀडम ਫਾਈਟਰ ਕਹੂਗਾ, ਕੋਈ ਉਹਨਾਂ ਨੂੰ ਟੈਰਰਿਸਟ ਕਹੂਗਾ। ਤੁਸੀਂ ਹਿਸਟਰੀ ਫਰੋਲ ਕੇ ਦੇਖ ਲਓ, ਉਦੋਂ ਵੀ ਆਪਾਂ ਨੂੰ ਆਹੀ ਚੀਜ਼ਾਂ ਦੇਖਣ ਨੂੰ ਮਿਲਦੀਆਂ। ਬਹੁਤ ਸਾਰੇ ਵੱਡੇ ਨਾਮ ਹੈ ਜਿਨ੍ਹਾਂ ਨੂੰ ਲੋਕੀ ਕਈਆਂ ਨੂੰ ਕਹਿੰਦੇ ਵੀ ਫਰੀडम ਫਾਈਟਰ ਹੈ ਅਤੇ ਕਈ ਉਹਨਾਂ ਨੂੰ ਟੈਰਰਿਸਟ ਕਹਿੰਦੇ ਆ। ਜਿਵੇਂ ਹੁਣ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਨੇ, ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਉਹ ਸਾਡੇ ਖਾਲਸਾ ਸਾਡੇ, ਹੈ ਨਾ, ਮਤਲਬ ਸਾਡੇ ਇੱਕ ਵਧੀਆ ਸੋਲਜਰ ਸੀਗੇ, ਵਧੀਆ ਇੱਕ ਸੰਤ ਸੀਗੇ। ਠੀਕ ਹੈ, ਇੱਕ ਵਧੀਆ ਸ਼ਖਸੀਅਤ ਸੀ, ਪਰ ਕਈ ਲੋਕ ਉਹਨਾਂ ਨੂੰ ਟੈਰਰਿਸਟ ਦੱਸੀ ਜਾਂਦੇ ਆ। ਤਾਂ ਇਹ ਜਿਹੜਾ ਨਾ ਡਿਫਰੈਂਸ ਹੈ, ਇਹਨੂੰ ਕੌਣ ਮਿਟਾਊਗਾ, ਇਹਨੂੰ ਕੌਣ ਡਿਸਾਈਡ ਕਰੂਗਾ ਕਿ ਉਹ ਬੰਦਾ ਵਾਕਈ ਕੌਣ ਸੀਗਾ। ਇਹਦੇ ਬਾਰੇ ਵੀ ਇੱਕ ਕਾਨੂੰਨ ਹੋਣਾ ਚਾਹੀਦਾ। नए लोगों को हायर कर लिया। इस पूरी चीज से यह साबित होता है कि हमास को खत्म करने के लिए जंग का रास्ता सही नहीं है, वो ऑप्शन सही नहीं है। फ्रांस के राष्ट्रपति ने साफ तौर से कहा कि उस इलाके में अगर शांति चाहिए तो हम फिलिस्तीन को मान्यता देंगे, और अगर मान्यता देते हैं तो वहां पर शांति यानी फिलिस्तीन और इजराइल में शांति आएगी। लेकिन फिलिस्तीन को पूरी तरह से डीमिलिटराइज होना पड़ेगा, वहां पर हथियार बंद लोग नहीं होंगे, सरकार में हमास नहीं होगा। इमैनुअल मैक्रोन ने आगे ये कहा कि अगर तुम यानी इजराइल ये कहे कि गाजा के अंदर जो है सब हमास है, और जो भी फिलिस्तीन का सपोर्ट कर रहे हैं वो सबके सब हमास वाले हैं, तो ये तो काफी खतरनाक है और समझ में आने वाली बात नहीं है। और अगर तुम ऐसा मानते हो कि वो सब हमास के हैं और हमास हैं जो गाजा में हैं और गाजा के लिए आवाज उठा रहे हैं, तो तुम सबको मार दो, सबको एक बार में मार दो। ये बहुत खतरनाक होगा। मैक्रोन ने आगे ये भी क्लियर कर दिया कि जब हमास तमाम इजरायली कैदियों को रिहा कर देगा तब ही हम फिलिस्तीन में अपना दूतावास खोलेंगे। उधर इमैनुअल मैक्रोन पूरी तरह से ट्रैप में फंसते हुए दोगलापंती करते हुए भी नजर आए। पत्रकार ने पूछा कि यूएन की जो रिपोर्ट है जिसके अंदर कहा जा रहा है कि गाजा के अंदर इजराइल जेनोसाइड कर रहा है, तो आप इस पर क्या कहेंगे, क्या आप उस रिपोर्ट को मानेंगे? तो उसने कह दिया मैक्रोन ने, नहीं मैं ये तो नहीं कहूंगा कि जेनोसाइड हो रहा है। तो फिर पत्रकार ने कहा तो इसका मतलब यूएन की रिपोर्ट को आप ठुकरा रहे हैं? तो यहां पर भी मैक्रोन ने कहा कि नहीं मैं ठुकरा नहीं रहा हूं, क्योंकि गाजा के अंदर लोग मारे जा रहे हैं, हालात खराब हैं, भूख प्यास है, लोग डिस्प्लेस हो रहे हैं, एक जगह से दूसरी जगह जाने पर मजबूर हो रहे हैं। इस पर पॉलिटिकल बयान नहीं होना चाहिए, इस पर बहसी नहीं होनी चाहिए। उन्होंने साफ कहा कि जिंदगी बराबर है चाहे वो किसी की भी हो, हम तुरंत मांग करते हैं और चाहते हैं कि सीज फायर हो और हमास तमाम इजरायली कैदियों को रिहा करें। Bonjour à tous. Écoutez, je voulais faire cette petite réaction parce que j'ai reçu depuis d'ailleurs des jours, des semaines, beaucoup de remarques, d'interpellations de votre part, parfois beaucoup de colère, de tristesse, quelquefois des encouragements sur évidemment la décision que nous avons prise et aussi la situation, avant tout la situation en ce moment à Gaza. Alors je voulais vous dire que comme vous, j'ai été blessé, heurté et partagé la douleur de toutes les familles de victimes et d'otages du 7 octobre 2023, que nous n'en oublions aucune. Il y a quelques jours encore, ici même dans ce bureau, j'étais aux côtés de certaines de ces... फिलिस्तीन को मान्यता दी तो हमास का बयान आ गया। हमास ने कहा कि यह बहुत अच्छा कदम है, इस कदम का हम मोस्ट वेलकम करते हैं और एक ऐसा स्टेट बनना चाहिए जिसकी राजधानी जेरूशलम होनी चाहिए। इसके बाद फिलिस्तीन की विदेश मंत्री ने भी इन फैसलों का जो है वेलकम किया और कहा कि यह भी कहना होगा कि इजराइल फिलिस्तीनियों को मिटाना चाह रहा है, वो जेनोसाइड कर रहा है, वो फिलिस्तीनी कल्चर मिटाना चाह रहा है। सुन लीजिए। Gaza burns.
Today, Gaza is destroyed. Today, in Gaza, people are systematically murdered. And we are seeing this genocide unfolding in front of our eyes for the last 24 months. So for 2 years, Israel has carried a deliberate destruction of our geography and our demography. A genocide, yes, a genocide, and we need to continue saying it is a genocide and nothing else but a genocide against the Palestinians. ब्रिटेन के अंदर जो फिलिस्तीन के जो एनवॉय हैं, उन्होंने बर्तानिया के पत्रकार के सामने साफ ऑन एयर कह दिया कि जो ये हमको मान्यता दी जा रही है, हम पर कोई एहसान नहीं है, वो हमारा हक है। मजेदार बात यह है कि आज और कई देश, फ्रांस, पुर्तगाल जैसे और बड़े देश और यूरोपियन देश फिलिस्तीन को मान्यता देने का ऐलान करेंगे। मेरे दोस्तों, वहीं कई देश और जो मान्यता देने की लाइन में थे, अमेरिका ने कामयाबी से कईयों को शान बिठा दिया है, जैसे जापान ने भी कहा था कि हम फिलिस्तीन को मान्यता देने के लिए सोच रहे हैं, लेकिन डोनाल्ड ट्रंप ने जब धमकाया जापान को, तो जापान अपनी बात से पलट गया। यूरोप के देशों ने, बहुत सारे यूरोप के लीडर्स ने नेतन्याहू को वार्निंग दे दी है कि अगर तुम वेस्ट बैंक पर कब्जे का ऐलान करोगे तो इसका मतलब हमने जो आपको सपोर्ट किया वो गलत किया, और आपने जो कुछ बनाया और जो कुछ भी गाजा में किया वो बहुत गलत किया, और एक तरफा आप गलत कहलाओगे, और इसके जो अंजाम और परिणाम होंगे वो खतरनाक होंगे। ह्यूमन राइट्स संस्था एमनेस्टी इंटरनेशनल ने कहा कि ये जो मान्यता दी जा रही है ये खोखली बातें हैं। क्या फायदा मान्यता देने का जब गाजा के अंदर जंग ही बंद नहीं हो रही है। स्पेन के प्रधानमंत्री ने तो कमाल कर दिया, साफ साफ पार्लियामेंट में कह दिया कि इतिहास के हम बिल्कुल सही जगह हैं, हम बिल्कुल गाजा और फिलिस्तीन की तरफ हैं, तो मतलब सही हैं, और इतिहास याद रखेगा कि हमने सही का साथ दिया और गाजा के अंदर जो कुछ भी हो रहा है वो जेनोसाइड है। देखिए, y ustedes van a prohibir ese debate en este Parlamento. Y finalmente, señoría, el gobierno ha situado a España en el lado correcto de la historia. Lo que está pasando en Gaza es un genocidio. Repita conmigo, señoría, es un genocidio. बड़ी खबर अभी आ रही है कि पुर्तगाल, जी हां, नाम सुना होगा आपने, पुर्तगाल ने भी फिलिस्तीन को मान्यता दे दी है। जब कई देशों ने अचानक से फिलिस्तीन को मान्यता दे दी है, तो अंदर से डोनाल्ड ट्रंप ने नेतन्याहू को इजाजत दे दी है कि वेस्ट बैंक पर कब्जा कर सकते हो। लिहाजा नेतन्याहू इस वक्त सोच रहा है कि पूरी ताकत से फिलिस्तीन के वेस्ट बैंक पर कब्जा कर लिया जाए। वहीं एक इजरायली मिनिस्टर ने तो यह तक कह दिया कि इस जंग के बाद गाजा फिलिस्तीन रहने लायक नहीं होगा, लिहाजा फिलिस्तीनी वेस्ट बैंक मतलब फिलिस्तीन का इलाका, तो वेस्ट बैंक और गाजा से लोग अपने आप फिलिस्तीनी चले जाएं, ये उनके लिए अच्छा होगा। दोस्तों, ये सब मुझे भी पर्सनली ड्रामा लग रहा है। अरे अगर मान्यता दे रहे हो तो वो बात की बात है, पहले गाजा में जंग रुकवाओ या इजराइल पर पूरी तरह से बैन लगाओ। अब ये देखिए, गाजा सिटी का एक ड्रोन व्यू है, ध्यान से देखिए, अल्लाह अकबर, पूरे साजो सामान के साथ सारी चीजों को इकट्ठा करके जैसे तैसे आप देख रहे हैं रोड पर जाम लगा हुआ है। तमाम फिलिस्तीनी सेंट्रल गाजा यानी गजा सिटी को छोड़ रहे हैं। अब गाजा सिटी पूरी तरह से खाली हो चुका है। गाजा के अंदर जो कुवैत का फील्ड हॉस्पिटल था, उसने गजा में काम करना बंद कर दिया है, क्योंकि अब गजा के अंदर दवाइयां बची ही नहीं। फिलिस्तीन को मान्यता देने का ढोल पीटने वालों, तुम्हें करना यह चाहिए कि गाजा के अंदर सबसे पहले जंग बंद करवानी चाहिए। गाजा के अंदर तुम्हें दवाई, बिजली, पानी भेजनी चाहिए। अस्पताल को चालू रखने के लिए इजराइल पर दबाव बनाना चाहिए। अभी भी ये जो मान्यता देने का खेल चल रहा है, मेरी नजर में ये सब ड्रामा है, क्योंकि अगर तुम्हें फिलिस्तीन की अगर परवाह है तो सबसे पहले गाजा पर हो रहे आतंकी हमलों को रुकवाने के लिए कदम उठाना चाहिए। और अगर आप फिलिस्तीन को मान्यता दे सकते हो तो इतना भी दम दिखा दो कि इजराइल से सीधा सीधा कह दो कि जब तक इजराइल गजा पर हमला कर रहा है तब तक हम इजराइल के साथ कोई ट्रेड नहीं करेंगे, कोई बिजनेस और कोई बातचीत नहीं करेंगे। लेकिन यह बात एक 2 दिन के पत्रकार को समझ में आ गई, छोटे से लौंडे को समझ में आ गई, लेकिन जो देश के प्रधानमंत्री, अरब देशों के विदेश मंत्री, अरब देशों के सेनापति, अरब देशों के बादशाह, उनके दिमाग में यह बात नहीं आ रही है। वाह, नहीं, ਬਾਤ उनके दिमाग में आ रही है भाई। प्रॉब्लम इज कि ਬਾਤ ਤਾਂ ਉਹਨਾਂ ਦੇ ਦਿਮਾਗ 'ਚ ਆਉਂਦੀ ਪਈ ਹੈ, ਪਰ ਉਹ ਇੰਪਲੀਮੈਂਟ ਕਰਨਾ ਨਹੀਂ ਚਾਹੁੰਦੇ, ਕਿਉਂਕਿ ਉਹਨਾਂ ਨੂੰ ਇਜ਼ਰਾਈਲ ਤੋਂ ਫਾਇਦਾ ਦਿਖਦਾ ਹੋਣਾ। ਠੀਕ ਹੈ, ਉਹਨਾਂ ਨੂੰ ਇਜ਼ਰਾਈਲ ਤੋਂ ਜੋ ਟਰੇਡ ਕਰਦੇ ਆ ਜਾਂ ਵਟ ਐਵਰ ਜੋ ਵੀ ਹੈ, ਜੋ ਉਹਨਾਂ ਦੀਆਂ ਪਾਲਿਸੀਜ਼ ਹੋਈਆਂ ਹੋਣੀਆਂ ਪੁਰਾਣੀਆਂ, ਜਾਂ ਤਾਂ ਉਹ ਕਿਸੇ ਬੌਂਡ ਦੇ ਵਿੱਚ ਬੰਨੇ ਪਏ ਹੋਣੇ ਆ ਜਿਹੜੇ ਸ਼ਾਇਦ ਲੋਕਾਂ ਨੂੰ ਨਹੀਂ ਪਤਾ, ਜਿਹੜੇ ਮੀਡੀਆ ਦੇ ਵਿੱਚ ਪਬਲਿਕਲੀ ਅਨਾਊਂਸਡ ਨਹੀਂ ਹੋਣਗੇ, ਕੁਝ ਸੀਕ੍ਰੇਟ ਬੌਂਡਸ ਹੋਣੇ ਆ ਇਹਨਾਂ ਦੇ। ਠੀਕ ਹੈ, ਵੀ ਜਿਹੜਾ ਇਹ ਖੁੱਲ੍ਹ ਕੇ ਇਜ਼ਰਾਈਲ ਨੂੰ ਕੋਈ ਬੈਨ ਹੀ ਨਹੀਂ ਕਰਨਾ ਚਾਹੁੰਦਾ। ਇਹ ਕੁਛ ਤਾਂ ਹੈ ਨਾ ਇਜ਼ਰਾਈਲ। ਦੇਖੋ ਯਾਰ, ਜਿੰਨਾ ਤੁਸੀਂ ਸਕੂਲ ਦੇ ਵਿੱਚ ਵੀ ਨਾ ਤੁਹਾਡੀ 4 ਬੱਚਿਆਂ ਦੀ ਲੜਾਈ ਹੋ ਜੇ ਨਾ ਆਪਸ ਦੇ ਵਿੱਚ, ਅਤੇ ਜੇ ਤਾਂ ਤੁਹਾਨੂੰ ਪਤਾ ਵੀ ਮੇਰਾ ਵੱਡਾ ਭਰਾ ਹੈਗਾ ਉਸੇ ਸਕੂਲ 'ਚ, ਜਾਂ ਜਿਹੜੇ ਤੁਹਾਡੇ ਕੋਈ ਸੀਨੀਅਰ ਹੈ ਜਿਹੜੇ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਆਉਂਦੇ ਆ, ਫਿਰ ਤਾਂ ਤੁਸੀਂ ਉਛਲਦੇ ਹੋ। ਠੀਕ ਹੈ, ਤੁਸੀਂ ਫਿਰ ਪੰਗੇ ਲੈਂਦੇ ਹੋ ਸਾਰਿਆਂ ਨਾਲ, ਸਭ ਐਂ ਛਾਤੀ ਜੋੜ ਕੇ ਕਰਕੇ ਖੜ ਜਾਂਦੇ ਹੋ ਕਿ ਆ ਜਾ ਵੀ। ਠੀਕ ਹੈ, ਅਤੇ ਜਾਂ ਤੁਹਾਨੂੰ ਚਲੋ ਥੋੜ੍ਹੇ ਵੱਡੇ ਲੈਵਲ 'ਤੇ ਸਮਝ ਲੈਂਦੇ ਆ ਵੀ ਕੋਈ ਬੰਦਾ ਹੋਵੇ ਅਤੇ ਕੋਈ ਯੂਟਿਊਬਰ ਹੀ ਲਾ ਲਓ, ਉਹਨੂੰ ਪਤਾ ਹੋਵੇ ਉਹਨੂੰ ਕਿਸੇ ਪਾਰਟੀ ਦੀ ਸਪੋਰਟ ਹੈ, ਤਾਂ ਅਗਲਾ ਬੇਝਿਜਕ ਉਹ ਸਭ ਨੂੰ ਗਾਲਾਂ ਕੱਢੂਗਾ, ਸਾਰੀਆਂ ਪਾਰਟੀਆਂ ਨੂੰ ਗਾਲਾਂ ਕੱਢੂਗਾ। ਉਹਨੂੰ ਪਤਾ ਵੀ ਇਸ ਪਾਰਟੀ ਨੇ ਮੈਨੂੰ ਬਚਾ ਲੈਣਾ ਕੱਲ੍ਹ ਨੂੰ ਕੁਛ ਹੋਇਆ ਤਾਂ। ਬਸ ਸੇਮ ਚੀਜ਼ ਹੈ ਵੀ ਇਹਨਾਂ ਨੂੰ ਵੀ ਉਹ ਲੱਗਦਾ ਹੈ, ਇਜ਼ਰਾਈਲ ਨੂੰ ਵੀ ਲੱਗਦਾ ਹੈ ਵੀ ਇਹ ਮੇਰੇ ਨਾਲ ਆ ਵੀ ਖੜਿਆ, ਆ ਵੀ ਖੜਾ ਅਤੇ ਆ ਵੀ ਖੜਾ। ਦੇਖੋ, ਅਮਰੀਕਾ ਦੀ ਜਿਹੜੀ ਬਲਾਈਂਡ ਸਪੋਰਟ ਆ ਉਹ ਤਾਂ ਆਪਾਂ ਨੂੰ ਸਮਝ ਆ ਹੀ ਰਹੀ ਹੈ ਕਿ ਬਲਾਈਂਡ ਸਪੋਰਟ ਕਰ ਰਿਹਾ ਉਹ ਅਮਰੀਕਾ। ਠੀਕ ਹੈ, ਅਤੇ ਪਰ ਜਿਹੜਾ ਹੁਣ ਆਹ ਲੋਕ ਜਿਹੜੇ ਮਾਨਤਾ ਦੇ ਰਹੇ ਆ ਫਲਸਤੀਨ ਨੂੰ, ਤਾਂ ਸਭ ਤੋਂ ਪਹਿਲਾਂ ਬਿਲਕੁਲ ਆਪ ਮੁੰਡੇ ਦੀ ਗੱਲ ਸਹੀ ਹੈ ਕਿ ਸਭ ਤੋਂ ਪਹਿਲਾਂ ਤਾਂ ਜੰਗ ਰੁਕਵਾਓ। ਠੀਕ ਹੈ, ਤੁਸੀਂ ਜਿਹੜਾ ਗਜ਼ਾ ਸ਼ਹਿਰ ਜਿਹੜਾ ਪੂਰਾ ਬਰਬਾਦ ਕਰਤਾ ਹੈ, ਠੀਕ ਹੈ, ਉੱਥੇ ਪਹਿਲਾਂ
ਜਿਹੜੇ ਲੋਕੀ ਛੱਡ ਕੇ ਜਾ ਰਹੇ ਹੈ, ਯਾਰ ਲੋਕਾਂ ਦੀ ਬਾਂਹ ਫੜੋ ਨਾ, ਪਹਿਲਾਂ ਜੰਗ ਰੁਕਵਾਓ, ਨਹੀਂ ਤਾਂ ਕਹੋ ਕਿ ਉਹਨਾਂ ਚਿਰ ਇਜ਼ਰਾਈਲ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ, ਅਸੀਂ ਟ੍ਰੇਡ ਖਤਮ ਕਰ ਰਹੇ ਹਾਂ, ਅਸੀਂ ਬੈਨ ਕਰ ਰਹੇ ਹਾਂ, ਠੀਕ ਹੈ। ਜਿਹੜੇ ਲੋਕੀ ਸਪੋਰਟ ਦਿਖਾ ਰਹੇ ਹੈਗਾ ਸਾਨੂੰ ਜਾਂ ਪੈਲੇਸਟਾਈਨ ਨੂੰ, ਤਾਂ ਫਿਰ ਉਹਨਾਂ ਨੂੰ ਵੀ ਇਹ ਚੀਜ਼ ਕਰਨੀ ਚਾਹੀਦੀ ਹੈ ਨਾ, ਤਾਂ ਜੋ ਇਜ਼ਰਾਈਲ 'ਤੇ ਪ੍ਰੈਸ਼ਰ ਤਾਂ ਬਣੇ। ਪਰ ਦੇਖੋ ਇਹ ਗੱਲਾਂ ਹੁਣ ਆਪਾਂ ਨੂੰ ਸਮਝ ਆ ਰਹੀਆਂ, ਜਿਹੜੇ ਲੋਕੀ ਦੇਖ ਰਹੇ ਆ ਤੁਹਾਨੂੰ ਸਮਝ ਆ ਰਹੀਆਂ, ਮੈਨੂੰ ਸਮਝ ਆ ਰਹੀ ਹੈ, ਇਹਨਾਂ ਨੂੰ ਸਮਝ ਆ ਰਹੀ ਹੈ, ਪਰ ਜਿਹੜੇ ਵੱਡੇ ਜਿਹੜੇ ਮਤਲਬ ਆਫੀਸਰਸ ਨੇ, ਜਿਹੜੇ ਸੈਨਾਪਤੀ ਨੇ, ਜਿਹੜੇ ਕਿੰਗ ਹੈ ਇਸਲਾਮਿਕ ਕੰਟਰੀਜ਼ ਦੇ, ਅਰਬ ਦੇਸ਼ਾਂ ਦੇ, ਉਹਨਾਂ ਨੂੰ ਇਹ ਗੱਲਾਂ ਤੁਹਾਨੂੰ ਕੀ ਲੱਗਦਾ ਸਮਝ ਨਹੀਂ ਆ ਰਹੀਆਂ? ਸਭ ਸਮਝ ਆ ਰਿਹਾ, ਪਰ ਪਤਾ ਨਹੀਂ ਉਹ ਕਿਹੜਾ ਲੂਪ ਹੋਲ ਹੈ ਜਿਹੜਾ ਆਪਾਂ ਨੂੰ ਪਤਾ ਨਹੀਂ, ਠੀਕ ਹੈ, ਵੀ ਉਹ ਕਿੱਥੇ ਉਹ ਫਸੇ ਹੋਏ ਹੈ, ਕਿਉਂ ਨਹੀਂ ਉਹ ਕਰਨਾ ਚਾਹੁੰਦੇ ਇਹ ਚੀਜ਼ਾਂ। ਇਹਦੇ ਬਾਰੇ ਬਈ ਹੁਣ ਜਾਂ ਤਾਂ ਉਹਨਾਂ ਨੂੰ ਪਤਾ ਤੇ ਜਾਂ ਉਹ ਰੱਬ ਨੂੰ ਪਤਾ। ਸੋ ਵਾਹਿਗੁਰੂ ਮਿਹਰ ਕਰੇ। ਜਿੱਥੇ ਵੀ ਕਿਤੇ ਇਨਸਾਨੀਅਤ ਦਾ ਘਾਣ ਹੋ ਰਿਹਾ ਨਾ, ਜਿੱਥੇ ਇਨਸਾਨ ਮਰ ਰਹੇ ਆ, ਜੈਨੋਸਾਈਡ ਹੋ ਰਿਹਾ, ਉਹ ਬਈ ਗਲਤੀ ਆ, ਠੀਕ ਹੈ। ਚਾਹੇ ਇਹਦੇ ਵਿੱਚ ਜਿਹੜੇ ਮਰਜ਼ੀ ਫੈਕਟ ਤੁਸੀਂ ਕੱਢ ਕੇ ਲਿਆਓ ਕਿ ਬਈ ਉਹਨਾਂ ਨੇ ਐਂ ਕਰਤਾ ਸੀ, ਉਹਨਾਂ ਨੇ ਐਂ ਕਰਤਾ ਸੀ, ਤਾਂ ਉਹਨਾਂ ਨੂੰ ਐਂ ਕਰਤਾ, ਤਾਂ ਇਹ ਜਿਹੜੇ ਤੁਸੀਂ ਨਿਹੱਥੇ ਬੰਦੇ ਨੂੰ ਮਾਰ ਰਹੇ ਹੋ ਉਹ ਜੈਨੋਸਾਈਡ ਹੈ, ਉਹ ਗਲਤ ਆ, ਠੀਕ ਹੈ। ਉਹਦੇ 'ਤੇ ਤੁਸੀਂ ਕੋਈ ਐਕਸਪਲੇਨੇਸ਼ਨ ਨਹੀਂ ਦੇ ਸਕਦੇ। ਪਰ ਹੈਰਾਨ ਆ ਕਿ ਵੱਡੇ ਲੋਕਾਂ ਦੀਆਂ ਕੀ ਸਟ੍ਰੈਟਜੀਜ਼ ਹੁੰਦੀਆਂ ਵੀ ਇਹ ਇਨਸਾਨੀਅਤ ਨੂੰ ਉੱਪਰ ਨਹੀਂ ਸਮਝਦੇ, ਵੀ ਉਹ ਵੀ ਤਾਂ ਬੱਚੇ ਹੈ ਜਿਨ੍ਹਾਂ ਦੇ ਮਾਂ ਪਿਓ ਮਰ ਰਹੇ ਆ ਉੱਥੇ, ਉਹ ਬੱਚੇ ਕਿਸ ਟਰੋਮਾ ਤੋਂ ਗੁਜ਼ਰ ਰਹੇ ਹੋਣਗੇ, ਵੀ ਜੇ ਬਾਈ ਚਾਂਸ ਉਹ ਬੱਚੇ ਬਚ ਵੀ ਜਾਂਦੇ ਆ, ਮਾਈਗ੍ਰੇਟ ਹੋ ਕੇ ਕਿਸੇ ਹੋਰ ਦੇਸ਼ਾਂ 'ਚ ਦਾਖਲ ਹੋ ਰਹੇ ਆ, ਠੀਕ ਹੈ, ਚਲੋ ਉਹਨਾਂ ਦੀ ਜ਼ਿੰਦਗੀ ਬਚ ਵੀ ਗਈ, ਕੋਈ 6 ਸਾਲ ਦਾ, ਕੋਈ 7 ਸਾਲ ਦਾ, ਕੋਈ 10 ਸਾਲ ਦਾ ਬੱਚਾ ਜਾਂ ਬੱਚੀ ਹੈ, ਉਹਨਾਂ ਦੇ ਦਿਮਾਗ 'ਤੇ ਕੀ ਟਰੋਮਾ ਰਹਿ ਜਾਣਾ ਸਾਰੀ ਉਮਰ ਦਾ ਕਿ ਸਾਡੇ ਨਾਲ ਆ ਹੋਇਆ ਸੀ, ਮੇਰਾ ਪਰਿਵਾਰ, ਮੇਰਾ ਮਾਂ ਪਿਓ, ਮੇਰਾ ਦਾਦਾ ਦਾਦੀ, ਮੇਰੇ ਭੈਣ ਭਾਈ ਸਾਰੇ ਇਸ ਹਾਦਸੇ 'ਚ ਮਾਰੇ ਗਏ ਸੀ। ਤਾਂ ਉਹ ਜਿਹੜੇ ਉਸ ਟਰੋਮਾ ਦਾ ਸ਼ਿਕਾਰ ਰਹਿਣਗੇ ਸਾਰੀ ਉਮਰ, ਜਿਹਦੇ ਕਰਕੇ ਉਹ ਕਦੇ ਵੀ ਮਤਲਬ ਇੱਕ ਸੈਟਿਸਫੈਕਸ਼ਨ ਵਾਲੀ ਜਾਂ ਇੱਕ ਵਧੀਆ ਲਾਈਫ ਨਹੀਂ ਜਿਉ ਸਕਣਗੇ, ਠੀਕ ਹੈ। ਇਹ ਜਿਹੜੇ ਬਾਹਰਲੇ ਦੇਸ਼ ਹੈ, ਵੈਸਟਰਨ ਮੁਲਕ ਹੈ, ਇਹਨਾਂ ਦੇ ਵਿੱਚ ਸਾਈਕੋਲੋਜੀਕਲ ਗੱਲਾਂ ਬੜੀਆਂ ਕੀਤੀਆਂ ਜਾਂਦੀਆਂ, ਥੈਰੇਪੀਜ਼ ਦੀਆਂ ਬੜੀਆਂ ਗੱਲਾਂ ਕੀਤੀਆਂ ਜਾਂਦੀਆਂ, ਪਰ ਹੁਣ ਉਹ ਲੋਕ ਸਾਰੇ ਕਿੱਥੇ ਹੈ? ਹੁਣ ਉਹਨਾਂ ਨੂੰ ਕਿਸੇ ਨੂੰ ਕੋਈ ਚਿੰਤਾ ਨਹੀਂ ਆ ਰਹੀ ਇਹਨਾਂ ਲੋਕਾਂ ਦੀ, ਜਿਹੜੇ ਬੱਚੇ ਛੋਟੇ ਇਸ ਟਰੋਮਾ ਦਾ ਸ਼ਿਕਾਰ ਹੋਣਗੇ ਜਾਂ ਹੋ ਰਹੇ ਆ ਜਾਂ ਹੋ ਚੁੱਕੇ ਆ, ਠੀਕ ਹੈ। ਤਾਂ ਇਹ ਗੱਲਾਂ ਸੋਚਣ ਵਾਲੀਆਂ ਯਾਰ, ਕੋਈ ਵੀ ਬੰਦਾ ਖੁੱਲ੍ਹ ਕੇ ਗੱਲਾਂ ਹੀ ਨਹੀਂ ਕਰ ਰਿਹਾ ਇਹਦੇ ਬਾਰੇ। ਸੋ ਕਰੋ ਹੁਣ ਗੱਲਾਂ, ਹੁਣ ਟਾਈਮ ਹੈ, ਕੁਛ ਤਾਂ ਪ੍ਰੈਸ਼ਰ ਬਣੇ, ਆਪਦੀਆਂ ਸਰਕਾਰਾਂ ਨੂੰ ਟੈਗ ਕਰਕੇ ਕਹੋ ਕਿ ਤੁਸੀਂ ਪ੍ਰੈਸ਼ਰ ਪਾਓ, ਤੁਸੀਂ ਕੋਈ ਪਾਲਿਸੀ ਬਣਾਓ, ਕੋਈ ਦੇਸ਼ ਇਕੱਠੇ ਹੋਣ ਜਿਹੜਾ ਉਹਨਾਂ ਨੂੰ ਬਚਾ ਲੈਣ। ਪਰ ਦੇਖੋ ਕੀ ਚੀਜ਼ ਹੈ ਬਈ ਇਹ, ਔਰ ਜਿਹੜੀ ਪੋਲੀਟਿਕਸ ਹੈ ਨਾ ਬਾਈ, ਪੋਲੀਟਿਕਸ ਬਹੁਤ ਕੁੱਤੀ ਚੀਜ਼ ਹੈ, ਠੀਕ ਹੈ। ਅਤੇ ਇਹ ਹਰ ਇੱਕ ਦੇਸ਼ਾਂ ਦੇ ਵਿੱਚ ਹੀ ਕੁੱਤੀ ਚੀਜ਼ ਹੈ, ਇਹ ਨਹੀਂ ਕਿ ਸਿਰਫ ਆਪਣੇ ਦੇਸ਼ਾਂ 'ਚ, ਹਰ ਕਿਸੇ ਦੇਸ਼ 'ਚ। ਸੋ ਤੁਹਾਡਾ ਕੀ ਮੰਨਣਾ ਇਹਦੇ ਬਾਰੇ ਮੈਨੂੰ ਥੱਲੇ ਕਮੈਂਟ ਕਰਕੇ ਦੱਸਿਓ। ਮਿਲਦੇ ਹਾਂ ਤੁਹਾਨੂੰ ਨੈਕਸਟ ਵੀਡੀਓ, ਟਿਲ ਦੈਨ ਮੇਕ ਸ਼ੋਰ ਯੂ ਹਿਟ ਦੈਟ ਸਬਸਕ੍ਰਾਈਬ। ਦੋਸਤੋ, ਜੇ ਤੁਸੀਂ ਸਾਡਾ ਕੰਮ ਪਸੰਦ ਕਰਦੇ ਹੋ ਤਾਂ ਤੁਸੀਂ ਸਾਡੀ ਮੈਂਬਰਸ਼ਿਪ ਲਈ ਜੁਆਇਨ ਕਰਕੇ ਸਾਨੂੰ ਸਪੋਰਟ ਕਰ ਸਕਦੇ ਹੋ। ਸਾਰੇ ਮੈਂਬਰਾਂ ਦਾ ਦਿਲੋਂ ਬਹੁਤ ਧੰਨਵਾਦ। ਪੰਜਾਬੀ ਰੀਅਲਟੀ।